ਜਸ ਸਿੰਘ ਦਾ ਹਾਂਜੀ ਇਹ ਬਾਈ ਪੁੱਛ ਰਹੇ ਨੇ ਕਿ 1 ਈਅਰ ਦੀ ਸਟੱਡੀ ਤੋਂ ਬਾਅਦ 1 ਈਅਰ ਦਾ ਵਰਕ ਪਰਮਿਟ ਸਹੀ ਹੈ ਜਾਂ ਫਿਰ ਆਪਾਂ ਨੂੰ ਇੱਕ ਹੋਰ ਕੋਰਸ ਲੈ ਲੈਣਾ ਚਾਹੀਦਾ ਨਦੀ ਉਹ ਲਾ ਸਕਦੇ ਆ ਜਿਹੜੀ। ਬਿਲਕੁਲ ਹਾਂਜੀ ਸਸਕੈਚੁਅਨ ਦੇ ਵਿੱਚ ਜਿੱਦਾਂ ਨਾ ਹਰੇਕ ਪ੍ਰੋਵਿੰਸ ਦੇ ਵਿੱਚ ਬਹੁਤ ਸਾਰੇ PNP ਪ੍ਰੋਗਰਾਮਸ ਅਵੇਲੇਬਲ ਹੁੰਦੇ ਆ। ਸਸਕੈਚੁਅਨ ਦੇ ਵਿੱਚ ਵੀ ਕਾਫੀ ਪ੍ਰੋਗਰਾਮਸ ਨੇ, ਇੱਕ ਪ੍ਰੋਗਰਾਮ ਨਹੀਂ ਹੈਗਾ। ਸੋ ਆਪਾਂ ਸਟੂਡੈਂਟ ਵੀਜ਼ੇ ਤੇ ਕਿਹੜੀਆਂ ਚੀਜ਼ਾਂ ਪ੍ਰਪੇਅਰ ਕਰਕੇ ਰੱਖ ਸਕਦੇ ਆ ਸਟੂਡੈਂਟ ਟਾਈਮ ਵੀ ਆਪਾਂ ਨੂੰ PR ਵੇਲੇ ਉਹ ਈਜ਼ੀ ਸੌਖੀਆਂ ਹੋਣ ਵੈਸੇ ਲਾ ਲਓ ਜਾਂ ਹੋਰ ਕਿਹੜੀਆਂ ਗੱਲਾਂ ਨੇ। ਸਹੀ ਹੈ ਜੀ। ਤੇ ਐਕਸਪ੍ਰੈਸ ਦਾ ਵੀ ਦੱਸ ਦਿਓ ਅੱਜ ਕੱਲ੍ਹ ਕੀ ਚੱਲ ਰਿਹਾ, ਸਕੋਰ ਡਿੱਗਿਆ ਵਧਿਆ, ਬਹੁਤ ਲੋਕ ਬੈਠੇ ਆ, ਸਕੋਰ ਹੁਣ ਮੇਰੇ ਖਿਆਲ 'ਚ ਬਹੁਤ ਜ਼ਿਆਦਾ ਵਧਿਆ ਪਿਆ ਰਾਈਟ, ਪਰ ਪਿੱਛੇ ਜੇ ਘਟਿਆ ਵੀ ਸੀ, ਹੁਣ ਕੀ ਲੱਗਦਾ? ਸੋ ਐਕਸਪ੍ਰੈਸ ਐਂਟਰੀ ਦਾ ਹੁਣ ਸਪਾਊਸ ਆਉਂਦਾ ਬਹੁਤੇ ਇੱਥੇ ਸਪਾਊਸ ਬੇਸ਼ੱਕ ਹਸਬੈਂਡ ਹੋਵੇ ਜਾਂ ਵਾਈਫ ਹੋਵੇ, ਜੇ ਮੰਨ ਲਓ ਪਹਿਲਾਂ ਉਹਦੀ ਵਾਈਫ ਆ ਗਈ, ਹਸਬੈਂਡ ਇੱਥੇ ਆ ਕੇ ਚਲੋ ਉਹਨਾਂ ਦੇ ਕੋਈ ਡਿਸਪਿਊਟ ਹੁੰਦੇ ਅਲੱਗ ਹੁੰਦੇ ਨੇ, ਹਸਬੈਂਡ ਕਿੱਦਾਂ ਇਕੱਲਾ PR ਕਿੱਦਾਂ ਹੋ ਸਕਦਾ ਜਿਹਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਹਾਂ। ਅਮਰਿੰਦਰ ਬਾਈ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਪਿਛਲੀ ਵੀਡੀਓ ਬਣਾਈ ਸੀਗੀ ਬਾਈ ਦੇ ਨਾਲ ਤੇ ਤੁਹਾਡੇ ਕਾਫੀ ਸਵਾਲ ਸੀਗੇ, ਉਸ ਸਵਾਲ ਦੇ ਵਿੱਚ ਤੁਹਾਡੇ ਨਾਮ ਜਿਨ੍ਹਾਂ ਦੇ ਸਵਾਲ ਆਏ ਆਪਾਂ ਉਹਨਾਂ ਦੇ ਸਵਾਲ ਪੁੱਛਾਂਗੇ। ਅੱਜ ਵਾਲੇ ਵੀਡੀਓ ਖਤਮ ਹੋਣ ਤੋਂ ਬਾਅਦ ਜੇ ਤੁਹਾਡਾ ਕੋਈ ਸਵਾਲ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਬਾਈ ਆਪਾਂ ਅਮਰਿੰਦਰ ਤੋਂ ਪੁੱਛਾਂਗੇ ਨੈਕਸਟ ਵੀਡੀਓ ਵਿੱਚ। ਬਾਈ ਜੀ ਆਪਣੇ ਕੋਲ ਕੁਝ ਕੁ ਸਵਾਲ ਆਏ ਨੇ ਪਿਛਲੀ ਵੀਡੀਓ ਦੇ ਵਿੱਚੋਂ, ਸੋ ਆਪਾਂ ਉਹਨਾਂ ਦੀ ਗੱਲ ਕਰਾਂਗੇ। ਬਿਲਕੁਲ। ਸਭ ਤੋਂ ਪਹਿਲਾਂ ਬਾਈ ਦਾ ਸਵਾਲ ਆਇਆ ਜਸ ਸਿੰਘ ਦਾ। ਹਾਂਜੀ ਇਹ ਬਾਈ ਪੁੱਛ ਰਹੇ ਨੇ ਕਿ 1 ਈਅਰ ਦੀ ਸਟੱਡੀ ਤੋਂ ਬਾਅਦ 1 ਈਅਰ ਦਾ ਵਰਕ ਪਰਮਿਟ ਸਹੀ ਹੈ ਜਾਂ ਫਿਰ ਆਪਾਂ ਨੂੰ ਇੱਕ ਹੋਰ ਕੋਰਸ ਲੈ ਲੈਣਾ ਚਾਹੀਦਾ? ਇਹ ਜਿਹੜਾ ਕੁਐਸਚਨ ਹੈ ਜੀ ਵੀ ਆਪਾਂ ਨੂੰ 1 ਸਾਲ ਦੀ ਸਟੱਡੀ ਬਾਅਦ PR ਦਾ ਕੋਈ ਸਕੋਪ ਹੈਗਾ ਜਾਂ ਫਿਰ ਫਰਦਰ ਆਪਾਂ ਨੂੰ ਸਟੱਡੀ ਕਰਨੀ ਚਾਹੀਦੀ ਹੈ, ਡਿਪੈਂਡ ਕਰਦਾ ਐਪਲੀਕੈਂਟ ਦੀ ਪ੍ਰੋਫਾਈਲ ਦੇ ਉੱਤੇ। ਫੋਰ ਐਗਜ਼ਾਮਪਲ ਇੱਕ ਐਪਲੀਕੈਂਟ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇੰਡੀਆ ਤੋਂ ਤੇ ਉਹਨਾਂ ਦਾ ਕੁਝ ਵਰਕ ਐਕਸਪੀਰੀਅੰਸ ਵੀ ਹੈਗਾ ਆ, ਉਹਨਾਂ ਦੇ ਸਕੋਰਸ ਜਿਹੜੇ ਆ ਐਕਸਪ੍ਰੈਸ ਐਂਟਰੀ ਦੇ ਵਿੱਚ ਜੇ 1 ਸਾਲ ਦਾ ਵਰਕ ਐਕਸਪੀਰੀਅੰਸ ਲੈਂਦੇ ਆ ਕੈਨੇਡਾ ਦਾ, ਉਹ ਜ਼ਿਆਦਾ ਹਾਈ ਹੋਣੇ ਆ ਐਜ਼ ਕੰਪੇਅਰ ਟੂ ਉਹ ਐਪਲੀਕੈਂਟ ਜਿਨ੍ਹਾਂ ਨੇ ਹਜੇ ਰੀਸੈਂਟਲੀ 12th ਗ੍ਰੇਡ ਕੀਤੀ ਇੰਡੀਆ ਤੋਂ ਤੇ ਕੋਈ ਐਕਸਪੀਰੀਅੰਸ ਨਹੀਂ ਹੈਗਾ। ਸੋ ਉਹ ਸਾਰੇ ਐਪਲੀਕੈਂਟ ਜਿਨ੍ਹਾਂ ਨੇ +2 ਕੀਤੀ ਹੋਈ ਆ ਤੇ 1 ਸਾਲ ਦੀ ਸਟੱਡੀ ਇੱਥੇ ਕੀਤੀ ਆ, ਪ੍ਰੈਫਰੇਬਲ ਹੈ ਕਿ ਤੁਸੀਂ ਆਪਣਾ 1 ਸਾਲ ਹੋਰ ਸਟੱਡੀ ਦੇ ਵਿੱਚ ਇਨਵੈਸਟ ਕਰ ਲਓ ਤਾਂ ਕਿ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਵੇ। ਜੇ ਤੁਸੀਂ ਨਹੀਂ ਸੋਚ ਰਹੇ ਆਪਣੀ ਸਟੱਡੀ ਫਰਦਰ ਕਰਨੇ ਦੇ ਲਈ ਦੈਨ ਉਸ ਪ੍ਰੋਵਿੰਸ ਵਿੱਚ ਮੂਵ ਹੋ ਜਾਓ ਜਿੱਥੇ ਕਿ ਤੁਹਾਡੀ 6 ਮਹੀਨੇ ਬਾਅਦ ਜਾ ਕੇ PNP ਲੱਗ ਜਾਣੀ ਆ, ਜਾਂ ਵਿਦਆਊਟ ਐਨੀ ਡਰਾਜ਼ ਤੁਹਾਡੀ PNP ਜਿਹੜੀ ਆਫਟਰ 12 ਮੰਥ ਆਫ ਐਕਸਪੀਰੀਅੰਸ ਉਹ ਲੱਗ ਜਾਵੇ, ਉਹਨਾਂ ਦੇ ਲਈ ਉਹ ਬੈਸਟ ਆਪਸ਼ਨ ਰਹੂਗੀ। ਆਪਾਂ ਇਸੇ ਦੇ ਨਾਲ ਮਿਲਦਾ ਜੁਲਦਾ ਸਵਾਲ ਹੈਗੇ ਆ ਵੀ ਇੱਕ ਬਾਈ ਨੇ ਪੁੱਛਿਆ ਜੀ ਸਸਕੈਚੁਅਨ ਬਾਰੇ ਦੱਸੋ ਜੀ, ਤੇ ਇਹ ਉਹੀ ਪ੍ਰੋਵਿੰਸ ਆ ਜਿੱਥੇ ਜਾ ਕੇ ਆਪਾਂ 6 ਮਹੀਨਿਆਂ ਦੀ ਉਹ ਲਾ ਸਕਦੇ ਹਾਂ ਜਿਹੜੀ? ਬਿਲਕੁਲ ਹਾਂਜੀ ਸਸਕੈਚੁਅਨ ਦੇ ਵਿੱਚ ਜਿੱਦਾਂ ਨਾ ਹਰੇਕ ਪ੍ਰੋਵਿੰਸ ਦੇ ਵਿੱਚ ਬਹੁਤ ਸਾਰੇ PNP ਪ੍ਰੋਗਰਾਮਸ ਅਵੇਲੇਬਲ ਹੁੰਦੇ ਆ। ਸਸਕੈਚੁਅਨ ਦੇ ਵਿੱਚ ਵੀ ਕਾਫੀ ਪ੍ਰੋਗਰਾਮਸ ਨੇ, ਇੱਕ ਪ੍ਰੋਗਰਾਮ ਨਹੀਂ ਹੈਗਾ। ਹੁਣ ਜਿਹੜਾ ਜ਼ਿਆਦਾ ਇਸ ਟਾਈਮ ਦੇ ਵਿੱਚ ਫੇਮਸ ਆ ਆਪਣੇ ਸਟੂਡੈਂਟਸ ਦੇ ਲਈ ਉਹ ਹੈਗਾ ਹਾਰਡ ਟੂ ਫਿਲ ਸਕਿੱਲਸ ਪਾਇਲਟ ਪ੍ਰੋਗਰਾਮ। ਉਹਦੇ ਵਿੱਚ ਕੀ ਹੈ ਕਿ ਤੁਸੀਂ 2 ਆਪਸ਼ਨਸ ਆ, ਇੱਕ ਹੈ ਤੁਸੀਂ ਆਫਟਰ 6 ਮੰਥਸ ਆਫ ਵਰਕ ਐਕਸਪੀਰੀਅੰਸ ਆਪਣੀ ਜਿਹੜੀ PNP ਦੀ ਫਾਈਲ ਉਹ ਲਗਵਾ ਸਕਦੇ ਆ ਜੇਕਰ ਤੁਹਾਨੂੰ ਜਿਹੜਾ ਜੌਬ ਅਪਰੂਵਲ ਲੈਟਰ ਮਿਲ ਜਾਵੇ ਫਰੋਮ ਐਲੀਜੀਬਲ ਇੰਪਲੋਇਰ। ਐਲੀਜੀਬਲ ਇੰਪਲੋਇਰ ਇਹ ਹੁੰਦਾ ਕਿ ਤੁਹਾਨੂੰ ਸਸਕੈਚੁਅਨ ਦੇ ਕੋਲੋਂ ਜਿਹੜਾ ਇੰਪਲੋਇਰ ਹੈ ਆਪਣੀ ਜੌਬ ਆਫਰ ਆ ਉਹ ਅਪਰੂਵ ਕਰਵਾਉਂਦਾ ਹੁੰਦਾ। ਸੋ ਜੇਕਰ ਤੁਹਾਡਾ ਇੰਪਲੋਇਰ ਤੁਹਾਨੂੰ ਜੌਬ ਆਫਰ ਅਪਰੂਵ ਕਰਵਾ ਕੇ ਦੇ ਦਿੰਦੇ ਨੇ ਦੈਨ ਯੂ ਆਰ ਐਲੀਜੀਬਲ ਫॉर ਦੀ PNP ਪ੍ਰੋਗਰਾਮ। ਤੇ ਇਹਦੇ ਵਿੱਚ ਇੱਕ ਇਹ ਵੀ ਚੀਜ਼ ਹੈ ਨੋਟ ਡਾਊਨ ਵਾਲੀ ਕਿ ਸਾਰੀਆਂ ਜਿਹੜੀਆਂ ਜੌਬਸ ਆ ਉਹ ਐਲੀਜੀਬਲ ਨਹੀਂ ਹੈਗੀਆਂ। ਸੋ ਉਹਨਾਂ ਨੇ ਲਿਸਟ ਦਿੱਤੀ ਹੋਈ ਆ, ਉਸ ਲਿਸਟ ਦੇ ਵਿੱਚੋਂ ਤੁਸੀਂ ਆਪਣੀ ਜੌਬ ਫਾਈਂਡ ਆਊਟ ਕਰਕੇ ਉਹੀ ਐਲੀਜੀਬਲ ਹੋਊਗਾ। ਸੋ ਇੱਥੇ ਆਪਾਂ PR ਹੋਣ ਤੋਂ ਪਹਿਲਾਂ ਸਟੂਡੈਂਟਸ ਨੂੰ ਜੇ ਕੁਝ ਟਿਪਸ ਦੇਣੀਆਂ ਹੋਣ, ਮਤਲਬ ਸਟੂਡੈਂਟ ਦੇ ਵੀਜ਼ਾ ਪਿਛਲੇ ਵਾਰ ਆਪਣੇ 75 ਸਕੋਰ ਆਇਆ ਸੀ, ਉਦੋਂ ਕਈਆਂ ਦੇ ਕੋਲ IELTS ਨਹੀਂ ਸੀਗੀ। ਸੋ ਆਪਾਂ ਸਟੂਡੈਂਟ ਵੀਜ਼ੇ ਤੇ ਕਿਹੜੀਆਂ ਚੀਜ਼ਾਂ ਪ੍ਰਪੇਅਰ ਕਰਕੇ ਰੱਖ ਸਕਦੇ ਹਾਂ ਸਟੂਡੈਂਟ ਟਾਈਮ ਵੀ ਆਪਾਂ ਨੂੰ PR ਵੇਲੇ ਉਹ ਈਜ਼ੀ ਸੌਖੀਆਂ ਹੋਣ ਵੈਸੇ ਲਾ ਲਓ ਜਾਂ ਹੋਰ ਕਿਹੜੀਆਂ ਗੱਲਾਂ ਨੇ? ਬਹੁਤ ਸਾਰੀਆਂ ਜਿਹੜੀਆਂ ਇੱਦਾਂ ਦੀ ਰਿਕੁਆਇਰਮੈਂਟਸ ਹੁੰਦੀਆਂ ਜਿਹੜੀਆਂ ਆਪਾਂ ਫੁੱਲਫਿਲ ਕਰ ਸਕਦੇ ਹਾਂ ਬਿਫੋਰ ਈਵਨ ਗ੍ਰੈਜੂਏਟਿੰਗ ਹੈ ਨਾ। ਉਹਦੇ ਵਿੱਚ ਆ ਜਾਂਦੀ ਹੈ ਕਿ ਤੁਸੀਂ ਆਪਣੀ ਵੈਸ ਕਰਵਾ ਕੇ ਰੱਖੋ, ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਆਪਣੀ IELTS ਜਿਹੜੀ ਆ ਉਹ ਵੈਲਿਡ ਰੱਖੋ। ਇੱਕ ਵਾਰ ਤੁਸੀਂ IELTS ਦਿੰਦੇ ਆ ਤਾਂ 2 ਸਾਲ ਦੇ ਲਈ ਵੈਲਿਡ ਹੁੰਦੀ ਆ। ਸੋ ਯੂ ਨੈਵਰ ਨੋ ਕਿ ਕਿਸ ਟਾਈਮ 'ਤੇ ਕਿਹੜਾ ਡਰਾ ਆ ਜਾਵੇ, ਕੋਈ ਪ੍ਰੋਗਰਾਮ ਆ ਜਾਵੇ। ਜੇਕਰ ਤੁਸੀਂ ਸਭ ਤੋਂ ਪਹਿਲੀ ਇਹ ਵੀ ਇੰਪੋਰਟੈਂਟ ਚੀਜ਼ ਹੈ ਕਿ ਆਪਣੀ ਪ੍ਰੋਫਾਈਲ ਦੀ ਜਿਹੜੀ ਅਸੈਸਮੈਂਟ ਆ ਇੱਕ ਵਾਰੀ ਜ਼ਰੂਰ ਕਰਵਾਓ। ਕਈ ਵਾਰੀ ਕੀ ਹੁੰਦਾ ਆਪਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਹੀ ਪੁੱਛਦੇ ਹਾਂ ਵੀ ਤੁਹਾਨੂੰ ਕੀ ਲੱਗਦਾ ਨਾ ਵੀ PR ਦਾ ਕੀ ਸਕੋਪ ਹੈ। ਹੁਣ ਉਹਨਾਂ ਦੀ ਨੌਲੇਜ ਲਿਮਿਟਡ ਹੁੰਦੀ ਆ, ਸੋ ਜ਼ਰੂਰੀ ਨਹੀਂ ਕਿ ਸਾਡੇ ਕੋਲ ਅਸੈਸਮੈਂਟ ਕਰਵਾਉਣੀ ਹੈ। ਜਿਹੜੇ ਵੀ ਤੁਸੀਂ ਜਿਹਨਾਂ ਨੂੰ ਵੀ ਟਰਸਟ ਕਰਦੇ ਆ ਆਪਣੀ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਦੇ ਕੋਲੋਂ ਜਾ ਕੇ ਪ੍ਰੋਫਾਈਲਸ ਜ਼ਰੂਰ ਇਵੈਲੂਏਟ ਕਰੋ। ਦੇਖੋ ਕਿ ਕਈ ਵਾਰੀ ਕੀ ਹੁੰਦਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਵਰਕ ਪਰਮਿਟ ਲੈਣਾ ਫਿਰ ਹੀ ਤੁਸੀਂ ਐਕਸਪ੍ਰੈਸ ਦੀ ਪ੍ਰੋਫਾਈਲ ਬਣਾ ਸਕਦੇ ਆ। ਤੁਹਾਡੇ ਕੋਲ ਇੱਕ ਪ੍ਰੀਵੀਅਸ ਵਰਕ ਐਕਸਪੀਰੀਅੰਸ ਹੈਗਾ ਤੁਸੀਂ ਤਾਂ ਵੀ ਐਲੀਜੀਬਲ ਹੋ ਸਕਦੇ ਆ। ਸੋ IELTS ਦੇਣੀ ਹੈ, ਆਪਣੀ ਵੈਸ ਕਰਵਾ ਕੇ ਰੱਖਣੀ ਆ, ਇਹ ਜਿਹੜੀਆਂ ਰਿਕੁਆਇਰਮੈਂਟ ਤੁਸੀਂ ਪਹਿਲਾਂ ਹੀ ਫੁੱਲਫਿਲ ਕਰ ਸਕਦੇ ਆ ਗ੍ਰੈਜੂਏਟ ਤੋਂ। ਸਹੀ ਹੈ ਜੀ। ਤੇ ਐਕਸਪ੍ਰੈਸ ਦਾ ਵੀ ਦੱਸ ਦਿਓ ਅੱਜ ਕੱਲ੍ਹ ਕੀ ਚੱਲ ਰਿਹਾ, ਸਕੋਰ ਡਿੱਗਿਆ ਵਧਿਆ, ਬਹੁਤ ਲੋਕ ਬੈਠੇ ਆ, ਸਕੋਰ ਹੁਣ ਮੇਰੇ ਖਿਆਲ 'ਚ ਬਹੁਤ ਜ਼ਿਆਦਾ ਵਧਿਆ ਪਿਆ ਰਾਈਟ, ਪਰ ਪਿੱਛੇ ਜੇ ਘਟਿਆ ਵੀ ਸੀ, ਹੁਣ ਕੀ ਲੱਗਦਾ?
ਸੋ ਐਕਸਪ੍ਰੈਸ ਐਂਟਰੀ ਦਾ ਹੁਣ ਜੋ ਅੱਜ ਦੀ ਸਿਨੈਰੀਓ ਦੇ ਵਿੱਚ ਇਹ ਆ ਕਿ ਮਿਕਸ ਅਪ ਚੱਲਦਾ ਪਿਆ ਕੰਮ, ਲਾਈਕ ਪ੍ਰੀਵੀਅਸਲੀ ਬਿੱਲ C-19 ਇੰਟਰੋਡਿਊਸ ਹੋਇਆ ਸੀਗਾ। ਉਹਦੇ ਵਿੱਚ ਇਹ ਸੀਗਾ ਕਿ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਆ ਆਪਣੀ ਇਕਨੋਮੀ ਨੂੰ ਬੂਸਟ ਕਰਨੇ ਦੇ ਲਈ ਜੋ ਉਹਨਾਂ ਨੂੰ ਰਿਕੁਆਇਰਡ ਆਕੂਪੇਸ਼ਨਸ ਨੇ ਉਹਨਾਂ ਨੂੰ ਸਿਲੈਕਟ ਕਰ ਸਕਦੇ ਆ। ਸੋ ਉਹ ਆਲਰੇਡੀ ਸਟਾਰਟ ਹੋ ਚੁੱਕਿਆ ਹੈ। ਉਹਦੇ ਵਿੱਚ ਹੈਲਥ ਕੇਅਰ ਦੇ ਡਰਾਸ 2 ਵਾਰੀ ਆ ਚੁੱਕੇ ਨੇ। ਇੱਕ ਸਟੈਮ ਜਿਹੜਾ ਹੁੰਦਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਨੂਫੈਕਚਰਿੰਗ ਦਾ, ਉਹਦਾ ਵੀ ਡਰਾ ਆ ਚੁੱਕਿਆ ਆ। ਸੋ ਇਹ ਜਿਹੜੇ ਸਿਲੈਕਟਡ ਤੇ ਟਾਰਗੇਟਡ ਆਕੂਪੇਸ਼ਨਸ ਹੈ ਇਹਨਾਂ ਦੇ ਡਰਾ ਤਾਂ ਨੀਚੇ ਆ ਰਹੇ ਨੇ। 486 ਤੋਂ ਬਾਅਦ 463 ਦੇ ਉੱਤੇ ਵੀ ਆਇਆ ਡਰਾ ਹੈਲਥ ਕੇਅਰ ਦਾ, ਤੇ ਜਿਹੜੇ ਜਨਰਲ ਡਰਾਜ਼ ਆ ਉਹ ਹਾਈ ਚਲੇ ਗਏ ਨੇ 511 ਦੇ ਉੱਤੇ। ਸੋ ਬੈਸਟ ਆ ਇਸ ਟਾਈਮ ਤੇ ਜੇ ਤੁਸੀਂ ਹਜੇ ਗ੍ਰੈਜੂਏਟ ਹੋਏ ਆ, ਆਪਣੀ ਜਿਹੜੀ ਜੌਬ ਆ ਉਹਨਾਂ ਟਾਰਗੇਟਡ ਆਕੂਪੇਸ਼ਨਸ ਦੇ ਵਿੱਚ ਲੱਭੋ, ਤਾਂ ਕਿ ਅੱਗੇ ਜਾ ਕੇ ਤੁਹਾਨੂੰ ਇਹਦੇ ਵਿੱਚ ਕਾਫੀ ਹੈਲਪਫੁਲ ਹੋ ਸਕਦੀ ਆ। ਤੁਹਾਡੇ ਸਕੋਰ ਰਿਡਿਊਸ ਹੋ ਸਕਦੇ ਆ। ਇੰਸਟੈਂਟ ਕਿ ਤੁਸੀਂ 511 ਦੇ ਤਾਂ ਮੀਟ ਕਰਨਾ ਬਹੁਤ ਮੁਸ਼ਕਿਲ ਆ +2 ਵਾਲਿਆਂ ਦੇ ਲਈ, ਹੈ ਨਾ। ਸੋ ਈਵਨ ਦੋ ਆਪਣੀ ਆਇਲਸ ਇੰਪਰੂਵ ਕਰ ਸਕਦੇ ਆ, ਬਟ ਫਿਰ ਵੀ ਥੋੜਾ ਡਿਫਿਕਲਟ ਹੋ ਜਾਂਦਾ। ਹੁਣ ਆਪਾਂ ਸਮਝ ਲਈਏ SDS ਤੇ ਨਾਨ SDS ਜੀ, ਤੇ ਇੱਕ ਤਾਂ ਇਹ ਆ, ਇੱਕ ਹੈਗੇ ਜਿਹੜੇ ਜਰਨਲ ਆਇਲਸ ਕਰਕੇ ਆਉਂਦੇ ਨੇ ਤੇ ਅਕੈਡਮਿਕ, ਇਹਨਾਂ ਦੋਨਾਂ 'ਚ ਕੀ ਫਰਕ ਆ? ਤੇ SD ਤੇ SDS ਤੇ ਨਾਨ SD 'ਚ ਕੀ ਫਰਕ ਆ? ਕਿਹੜਾ ਵਧੀਆ ਜਾਂ ਕੀ ਸਿਸਟਮ ਹੁੰਦਾ, ਇਹ ਪੂਰਾ ਸਮਝਾਓ ਸਾਨੂੰ। ਬਿਲਕੁਲ ਜੀ, ਦੇਖੋ SDS ਤੇ ਨਾਨ SDS 'ਚ ਇਹ ਹੁੰਦਾ ਕਿ ਇੱਕ ਤਾਂ ਹੈਗਾ ਸਟੂਡੈਂਟ ਡਾਇਰੈਕਟ ਸਟਰੀਮ, ਹੈ ਨਾ, ਦੂਜਾ ਚਲੋ ਨਾਨ SDS ਹੋ ਜਾਂਦਾ ਉਹ। ਹੁਣ ਇਹਦੀਆਂ SDS ਦੀਆਂ 3 ਰਿਕੁਆਇਰਮੈਂਟ ਮੇਨ ਹੁੰਦੀਆਂ। ਉਹਦੇ ਵਿੱਚੋਂ ਪਹਿਲੀ ਹੈ ਕਿ ਤੁਸੀਂ ਜਿਹੜੀ $10,000 ਦੀ ਆਪਣੀ GIC ਆ ਉਹ ਫਿਲ ਕਰਨੀ ਆ ਬੈਂਕ ਦੇ ਵਿੱਚ, ਹੈ ਨਾ। ਦੂਸਰੀ ਹੈ ਕਿ ਤੁਸੀਂ ਆਪਣੀ 1 ਸਾਲ ਦੀ ਜਿਹੜੀ ਟਿਊਸ਼ਨ ਫੀਸ ਹੈ ਕਾਲਜ ਨਾਲ ਉਹ ਭਰਨੀ ਆ। ਤੀਸਰੀ ਰਿਕੁਆਇਰਮੈਂਟ ਹੈ ਕਿ ਤੁਹਾਡੇ ਮਿਨੀਮਮ ਆਇਲਸ ਵਿੱਚੋਂ ਐਕੈਡੈਮਿਕ ਆਇਲਸ ਵਿੱਚੋਂ 6 ਇਨ ਈਚ ਮੋਡਿਊਲ ਹੋਣੇ ਚਾਹੀਦੇ ਆ ਬੈਂਡਸ। ਹੁਣ ਜਿਹੜੀ ਜਨਰਲ ਆਇਲਸ ਹੁੰਦੀ ਆ ਉਹ ਸਟੱਡੀ ਦੇ ਲਈ ਐਲੀਜੀਬਲ ਨਹੀਂ ਹੁੰਦੀ ਹੈਗੀ, ਉਹ ਇਮੀਗ੍ਰੇਸ਼ਨ ਦੇ ਲਈ ਹੁੰਦੀ ਆ। ਸੋ ਇਹਨਾਂ 3 ਰਿਕੁਆਇਰਮੈਂਟਸ ਵਿੱਚੋਂ ਜੇ ਤੁਸੀਂ ਕੋਈ ਇੱਕ ਰਿਕੁਆਇਰਮੈਂਟ ਵੀ ਪੂਰੀ ਨਹੀਂ ਕਰਦੇ ਦੈਨ ਆਟੋਮੈਟਿਕਲੀ ਤੁਸੀਂ ਨਾਨ SDS ਚਲੇ ਜਾਂਦੇ ਆ। ਹੁਣ SDS ਪ੍ਰੈਫਰੇਬਲ ਇਸ ਲਈ ਹੁੰਦਾ ਕਿਉਂਕਿ ਇਹਦੀ ਇੱਕ ਤਾਂ ਪ੍ਰੋਸੈਸਿੰਗ ਟਾਈਮ ਘੱਟ ਹੁੰਦੀ ਆ। ਇਹਦੇ ਵਿੱਚ ਤੁਹਾਨੂੰ ਜਿਹੜੇ ਫਾਈਨੈਂਸ਼ੀਅਲ ਆਪਣੇ ਸੋਰਸਿਸ ਹੁੰਦੇ ਆ ਉਹ ਵੀ ਡਿਸਕਲੋਜ਼ ਕਰਨੇ ਦੀ ਲੋੜ ਨਹੀਂ ਹੈਗੀ। ਐਸ ਲੌਂਗ ਐਸ ਤੁਸੀਂ 1 ਸਾਲ ਦੀ ਫੀਸ ਭਰ ਦਿੱਤੀ ਆ ਦੈਨ ਯੂ ਆਰ ਗੁੱਡ ਟੂ ਗੋ ਫॉर ਦੀ ਐਪਲੀਕੇਸ਼ਨ, ਤੇ ਉਹਦੀ ਅਪਰੂਵਲ ਰੇਟ ਵਧੀਆ ਹੁੰਦੀ ਆ। ਨਾਨ SDS ਦੇ ਵਿੱਚ ਔਨ ਦੀ ਅਦਰ ਸਾਈਡ ਤੁਹਾਨੂੰ ਜਿਹੜੀਆਂ ਸਾਰੀ ਐਕਸਪਲੇਨੇਸ਼ਨ ਦੇਣੀ ਪੈਂਦੀ ਆ ਕਿ ਤੁਹਾਡੇ ਕੋਲ ਪ੍ਰੋਪਰ ਫੰਡਸ ਹੈਗੇ ਆ ਫੀਸ ਦੇ ਲਈ, ਉੱਥੇ ਰਹਿਣ ਦੇ ਲਈ, ਤੇ ਉਹਦੇ ਸੋਰਸ ਕੀ ਆ ਤੁਹਾਡੀ ਇਨਕਮ ਦਾ, ਪੇਰੈਂਟਸ ਦਾ। ਉਸ ਤੋਂ ਬਾਅਦ ਵਿੱਚ ਜੇ ਤੁਹਾਡੇ ਆਇਲਸ ਵਿੱਚੋਂ ਬੈਂਡਸ ਘੱਟ ਆਏ ਆ ਜਾਂ ਤੁਸੀਂ PTE ਲੈ ਰਹੇ ਆ, ਵੀ ਤੁਸੀਂ ਕਿੱਦਾਂ ਜਸਟੀਫਾਈ ਕਰਦੇ ਆ ਕਿ ਤੁਸੀਂ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਇੰਗਲਿਸ਼ ਦੇ ਵਿੱਚ ਪੜ੍ਹ ਸਕਦੇ ਆ ਜੇ ਤੁਹਾਡੇ ਬੈਂਡਸ ਘੱਟ ਆ। ਸੋ ਉਹਦੇ ਵਿੱਚ ਥੋੜਾ ਐਫਰਟਸ ਵੱਧ ਜਾਂਦੇ ਆ, ਤੇ ਇਹ ਫਰਕ ਹੁੰਦਾ ਵੀ SDS ਇਸ ਕਰਕੇ ਜਰਨਲ ਤੇ ਅਕੈਡਮਿਕ ਆਇਲਸ ਉਹਦਾ ਜੇ ਆਪਾਂ ਕਰਕੇ ਆਉਂਦੇ ਆ ਸੇਮ ਚੀਜ਼, ਜੇ ਆਪਾਂ ਅਕੈਡਮਿਕ ਆਇਲਸ ਕਰ ਲਈ ਤੇ ਜਰਨਲ ਆਇਲਸ ਕਰ ਲਈ ਸੇਮ ਹੀ ਵੀ ਜਾਂ ਪ੍ਰੋਸੈਸ ਸਾਰਾ ਕੁਝ ਸੇਮ ਹੀ ਆ? ਨਹੀਂ, ਕਿਉਂਕਿ ਤੁਸੀਂ ਦੇਖੋਗੇ ਵੀ ਜਿੰਨੇ ਵੀ ਕਾਲਜ ਜਿਹੜੇ ਹੁੰਦੇ ਆ ਉਹ ਸਾਰੇ ਐਕੈਡੈਮਿਕ ਹੀ ਮੰਗਦੇ ਆ, ਕਿਉਂਕਿ ਐਕੈਡੈਮਿਕ ਉਹ ਤੁਹਾਡੀ ਸਟੱਡੀ ਦੇ ਲਈ ਹੁੰਦਾ। ਸੋ ਈਵਨ ਦੋ ਜੋ ਤੁਸੀਂ PR ਹੋ ਵੀ ਜਾਂਦੇ ਆ, ਸਟਿਲ ਤੁਸੀਂ ਜੇ ਕਿਸੇ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਤਾਂ ਵੀ ਉਹ ਐਕੈਡੈਮਿਕ ਹੀ ਮੰਗੂਗੇ ਤੁਹਾਡੇ ਕੋਲ। ਜਨਰਲ ਜਿਹੜੀ ਆਇਲਸ ਆ ਉਹ ਹੁੰਦੀ ਆ ਵਰਕ ਪਰਮਿਟ ਦੇ ਲਈ, PR ਦੇ ਲਈ। ਸੋ ਜੇ ਤੁਸੀਂ PNP ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਦੈਨ ਤੁਹਾਨੂੰ ਜਨਰਲ ਦੇਣੀ ਪੈਣੀ ਆ, ਤੇ ਜੇ ਤੁਸੀਂ ਕੋਈ ਵੀ ਸਟੱਡੀ ਕਰਨ ਦੇ ਲਈ ਆ ਰਹੇ ਆ ਦੈਨ ਤੁਹਾਨੂੰ ਐਕੈਡੈਮਿਕ ਦੇਣੀ ਪੈਣੀ ਆਪਣੀ। ਸੋ ਇਹ ਸੀਗਾ ਜੀ ਆਪਣਾ। ਤੇ ਅਗਲੇ ਸਵਾਲ ਬਾਈ ਜੀ ਆਪਾਂ ਪੁੱਛ ਰਹੇ ਹਾਂ ਤੁਹਾਨੂੰ, ਜਿਵੇਂ ਹੁਣ ਇੱਕ ਸਪਾਊਸ ਆਉਂਦਾ, ਹੁਣ ਥੋੜਾ ਜਿਹਾ ਆਪਾਂ ਥੋੜਾ ਅਲੱਗ ਟੌਪਿਕ ਦੀ ਗੱਲ ਕਰਦੇ ਹਾਂ। ਜਿੱਦਾਂ ਹੁਣ ਸਪਾਊਸ ਆਉਂਦਾ, ਬਹੁਤੇ ਇੱਥੇ ਸਪਾਊਸ ਬੇਸ਼ੱਕ ਹਸਬੈਂਡ ਹੋਵੇ ਜਾਂ ਵਾਈਫ ਹੋਵੇ, ਜੇ ਮੰਨ ਲਓ ਪਹਿਲਾਂ ਉਹਦੀ ਵਾਈਫ ਆ ਗਈ, ਹਸਬੈਂਡ ਇੱਥੇ ਆ ਕੇ ਚਲੋ ਉਹਨਾਂ ਦੇ ਕੋਈ ਡਿਸਪਿਊਟ ਹੁੰਦੇ ਅਲੱਗ ਹੁੰਦੇ ਨੇ, ਹਸਬੈਂਡ ਕਿੱਦਾਂ ਇਕੱਲਾ PR ਕਿੱਦਾਂ ਹੋ ਸਕਦਾ ਜਿਹਦਾ ਸਪਾਊਸ ਨਹੀਂ ਸਪੋਰਟ ਕਰਦਾ? ਦੇਖੋ ਇਹਦੇ ਵਿੱਚ ਕੀ ਹੁੰਦਾ ਵੀ ਲੈਟਸ ਸੇ ਕਪਲ ਆਇਆ ਇੱਥੇ ਕੈਨੇਡਾ ਦੇ ਵਿੱਚ, ਹੈ ਨਾ, ਤੇ ਬਾਅਦ ਵਿੱਚ ਉਹਨਾਂ ਦੀ ਮੈਰਿਜ ਦੇ ਵਿੱਚ ਕੋਈ ਡਿਸਪਿਊਟ ਆ ਗਿਆ, ਤੇ ਜਿਹਦੇ ਕਰਕੇ ਕੀ ਹੁੰਦਾ ਵੀ ਲੈਟਸ ਸੇ ਤੁਸੀਂ ਅੱਗੇ ਡਿਵੋਰਸ ਫਾਈਲ ਕਰਦੇ ਆ, ਦੈਨ ਇੱਕ ਐਪਲੀਕੈਂਟ ਜਿਹੜਾ ਮੇਨ ਸੀਗਾ ਜਿਹਦੇ ਕਰਕੇ ਦੂਸਰਾ ਐਪਲੀਕੈਂਟ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆਉਂਦੇ ਆ, ਉਹ ਹੁਣ ਸਪਾਊਸ ਨੂੰ ਸਪੋਰਟ ਨਹੀਂ ਦੇ ਰਹੇ PR ਦੇ ਵਿੱਚ। ਦੈਨ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਤੇ ਹੈਗਾ ਆ, ਸਪਾਊਸਲ ਓਪਨ ਵਰਕ ਪਰਮਿਟ ਤੇ, ਉਹਨਾਂ ਨੂੰ ਆਪਣੀ ਜਿਹੜੀ PR ਦੀ ਐਪਲੀਕੇਸ਼ਨ ਹੈ ਉਹ ਆਪਣੇ ਬਿਹਾਫ ਤੇ ਲੈਣੀ ਪੈਣੀ ਆ। ਉਹਨਾਂ ਦੇ ਲਈ ਉਹੀ ਪ੍ਰੋਗਰਾਮਸ ਐਪਲੀਕੇਬਲ ਹੋਣਗੇ ਜੋ ਐਨੀ ਵਰਕ ਪਰਮਿਟ ਹੋਲਡਰ ਐਪਲੀਕੈਂਟਸ ਦੇ ਲਈ ਹੁੰਦੇ ਨੇ, ਜਿਹਦੇ ਵਿੱਚ ਆਪਣੀ ਐਕਸਪ੍ਰੈਸ ਦੀ ਐਂਟਰੀ ਦੀ ਐਪਲੀਕੇਸ਼ਨ ਆ ਜਾਂਦੀ ਹੈ, PNP ਦੇ ਪ੍ਰੋਗਰਾਮਸ ਆ ਜਾਂਦੇ ਆ, ਤੇ ਹੋਰ ਰੀਜਨਲ ਜਿਹੜੇ ਪਾਇਲਟ ਪ੍ਰੋਗਰਾਮਸ ਹੁੰਦੇ ਆ ਉਹਦੇ ਵਿੱਚ ਆਪਣੀ ਐਲੀਜੀਬਿਲਿਟੀ ਚੈੱਕ ਕਰਕੇ ਉਹ ਫਾਈਲ ਲਗਾ ਸਕਦੇ ਨੇ। ਹੁਣ ਹੁੰਦਾ ਕੀ ਹੈ ਕਿ PR ਦੀ ਐਪਲੀਕੇਸ਼ਨ ਲਾਉਣ ਦੇ ਟਾਈਮ ਤੇ ਤੁਹਾਨੂੰ ਜਿਹੜੀ ਆਪਣੀ ਪੁਲਿਸ ਕਲੀਅਰੈਂਸ ਰਿਪੋਰਟ ਚਾਹੀਦੀ ਹੁੰਦੀ ਆ, ਤੇ ਜੇਕਰ ਤੁਹਾਡਾ
ਜਿਹੜਾ ਮੈਰਿਜ ਡਿਸਪਿਊਟ ਹੈ ਉਹ ਸੈਟਲ ਨਹੀਂ ਹੋਇਆ ਹੈਗਾ, ਉੱਥੇ ਪ੍ਰੋਬਲਮ ਆ ਜਾਂਦੀ ਹੈ ਕਿ ਉਹ ਸਪਾਊਸ ਜਿਹੜਾ ਤੁਹਾਨੂੰ ਸਪੋਰਟ ਨਹੀਂ ਕਰਨਾ ਚਾਹੁੰਦਾ, ਸਮਟਾਈਮਸ ਦੇ ਡੂ ਨਾਟ ਗਿਵ ਦਾ ਕੰਸੈਂਟ ਫॉर ਦੀ ਪੁਲਿਸ ਕਲੀਅਰੈਂਸ, ਤੇ ਉੱਥੇ ਫਿਰ ਇਸ਼ੂ ਆਉਂਦਾ। ਬਟ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਹੋਣੀ PR ਦੀ, ਉਹ ਉਹਨਾਂ ਦੇ ਆਪਣੇ ਬਿਹਾਫ ਤੇ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਖੁਦ ਲਗਾ ਸਕਦੇ ਨੇ, ਈਵਨ ਦੋ ਜੇ ਉਹਨਾਂ ਦਾ ਡਿਵੋਰਸ ਵੀ ਹੋ ਜਾਂਦਾ ਤਾਂ ਵੀ। ਓਕੇ, ਇੱਥੇ ਆਪਾਂ ਗਰਲਫ੍ਰੈਂਡ ਬॉयਫ੍ਰੈਂਡ ਦੀ ਗੱਲ ਵੀ ਕਰ ਲਈਏ। ਜਿੱਦਾਂ ਗਰਲਫ੍ਰੈਂਡ ਬॉयਫ੍ਰੈਂਡ ਆ, ਚਲੋ ਉਹ ਰਿਲੇਸ਼ਨ 'ਚ ਆ, ਮਾਪੇ ਵੀ ਮੰਨ ਗਏ ਵਿਆਹ ਦੇ ਲਈ, ਹੁਣ ਉਹਨਾਂ ਦੇ ਵਿੱਚੋਂ ਇੱਕ ਸਟੱਡੀ ਡ੍ਰੌਪ ਕਰ ਸਕਦਾ ਤਾਂ ਬੰਦਾ ਉਹਦੇ ਦੂਜੇ ਸਿਰ ਤੇ PR ਹੋ ਸਕਦਾ, ਮੇਨ ਐਪਲੀਕੈਂਟ ਵਾਈਫ ਨੂੰ ਬਣਾ ਦੇ ਜੀ, ਕਿਉਂਕਿ ਦੋਨੇ ਸਟੱਡੀ ਪਰਮਿਟ ਤੇ ਸੀਗੇ ਜੀ, ਦੋਨਾਂ ਨੂੰ ਪੈਸੇ ਲਾਉਣੇ ਚਾਹੀਦੇ ਕਿ ਇੱਕ ਬੰਦੇ ਤੇ ਹੋ ਜਾ ਸਕਦਾ? ਦੇਖੋ, ਜੋ ਤਾਂ ਜੈਨੂਇਨ ਐਡਵਾਈਸ ਹੈ ਉਹ ਇਹ ਹੈ ਕਿ ਜੇ ਦੋ ਐਪਲੀਕੈਂਟਸ ਸਟੱਡੀ ਦੇ ਲਈ ਆਏ ਤਾਂ ਦੋਨਾਂ ਨੂੰ ਸਟੱਡੀ ਕਰਕੇ ਆਪਣਾ ਕਰੀਅਰ ਜਿਹੜਾ ਅੱਗੇ ਕਰਨਾ ਚਾਹੀਦਾ ਤੇ PR ਦੇ ਲਈ ਦੇਖਣਾ ਚਾਹੀਦਾ। ਬਟ ਕਈ ਵਾਰੀ ਕੀ ਹੁੰਦਾ ਕਿ ਫਾਈਨੈਂਸ਼ੀਅਲਸ ਸਟਰੋਂਗ ਨਹੀਂ ਹੁੰਦੇ ਹੈਗੇ, ਫੀਸ ਨਹੀਂ ਆਪਣੇ ਕੋਲ ਭਰ ਹੁੰਦੀ ਹੈਗੀ, ਸੋ ਜਦੋਂ ਮੈਰਿਜ ਹੋ ਗਈ ਆ ਦੈਨ ਇੱਕ ਜਿਹੜਾ ਮੇਨ ਐਪਲੀਕੈਂਟ ਆ ਉਹ ਆਲਵੇਜ਼ ਮੇਨ ਐਪਲੀਕੈਂਟ ਰਹਿੰਦਾ ਫਾਈਲ ਦੇ ਵਿੱਚ, ਤੇ ਨਾਲ ਜਿਹੜਾ ਡਿਪੈਂਡੈਂਟ ਹੁੰਦਾ ਆ ਉਹਨੂੰ ਉਹਦੇ ਬੇਸਿਸ ਤੇ ਵਰਕ ਪਰਮਿਟ ਮਿਲ ਸਕਦਾ ਹੁੰਦਾ। ਤੇ ਹੁਣ ਜਿਹੜੀ ਗੱਲ ਰਹੀ ਹੈ PR ਦੀ, ਹੁਣ PR ਦੇ ਲਈ ਦੋਨਾਂ ਦੇ ਵਿੱਚੋਂ ਕੋਈ ਵੀ ਮੇਨ ਐਪਲੀਕੈਂਟ ਹੋ ਸਕਦਾ ਹੈ। ਦੈਟ ਕੈਨ ਬੀ, ਜੇਕਰ ਲੜਕੀ ਦੇ ਕੋਲ ਵਧੀਆ ਜੋਬ ਹੈ, ਉਹਨਾਂ ਦੀ ਵਧੀਆ ਪ੍ਰੋਫਾਈਲ ਹੈ, ਵਧੀਆ ਸਕੋਰ ਬਣਦੇ ਪਏ ਆ, ਦੈਨ ਉਹ ਮੇਨ ਐਪਲੀਕੈਂਟ ਹੋ ਕੇ ਆਪਣੀ ਸਪਾਊਸ ਨੂੰ ਵਿੱਚ ਇਨਕਲੂਡ ਕਰ ਸਕਦੇ ਆ। ਜੇਕਰ ਵਾਈਸ ਵਰਸਾ ਲਾਈਕ ਹਸਬੈਂਡ ਦੀ ਵਧੀਆ ਪ੍ਰੋਫਾਈਲ ਹੈ ਦੈਨ ਉਹ ਮੇਨ ਐਪਲੀਕੈਂਟ ਹੋ ਸਕਦੇ ਨੇ ਓਪਨ ਵਰਕ ਪਰਮਿਟ ਤੇ ਰਹਿ ਕੇ, ਨਾਲ ਫਿਰ ਵਾਈਫ ਚਾਹੇ ਸਟੱਡੀ ਕਰ ਰਹੇ ਨੇ ਉਹ ਇਨਕਲੂਡ ਹੋ ਸਕਦੇ ਆ। ਓਕੇ, ਹੁਣ ਇੱਕ ਟੌਪਿਕ ਜਿਵੇਂ ਪਿੱਛੇ ਜੇ ਆਪਾਂ ਜਿਵੇਂ ਕੱਲ੍ਹ ਪਰਸੋਂ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ, ਮੁੰਡਾ ਸਟੂਡੈਂਟ ਡਰਾਈਵਿੰਗ ਕਰ ਰਿਹਾ ਜਿੱਦਾਂ ਡੇਂਜਰਸ ਡਰਾਈਵ, ਕਈ ਵਾਰੀ ਇੱਦਾਂ ਹੁੰਦਾ ਪਰ ਸਟੂਡੈਂਟ ਟਾਈਮ ਕੁਛ ਕੁ ਇੱਦਾਂ ਦੀ ਗਲਤੀ ਹੋਈ ਜਾਂਦੀ, ਆਪਣੇ ਕ੍ਰਿਮੀਨਲ ਰਿਕਾਰਡ ਬਣ ਜਾਂਦਾ, ਅੱਗੇ ਜਾ ਕੇ PR ਤੇ ਇਫੈਕਟ ਪੈਂਦਾ ਉਹਨਾਂ ਚੀਜ਼ਾਂ ਦਾ? ਬਿਲਕੁਲ ਪੈ ਸਕਦਾ ਹਾਂਜੀ, ਕਿਉਂਕਿ ਡਿਪੈਂਡ ਕਰਦਾ ਵੀ ਸਿਵਿਰਿਟੀ ਕੀ ਆ ਚਾਰਜਿਸ ਦੀ। ਫੋਰ ਐਗਜ਼ਾਮਪਲ ਜੇਕਰ ਕੋਈ ਵੀ ਚਾਰਜ ਤੁਹਾਡੇ ਉੱਤੇ ਕ੍ਰਿਮੀਨਲ ਕੋਡ ਆਫ ਕੈਨੇਡਾ ਦੇ ਅੰਡਰ ਲੇਆਊਟ ਹੋਇਆ ਦੈਨ ਉਹਦਾ ਤੁਹਾਡੀ ਜਿਹੜੀ ਪੁਲਿਸ ਕਲੀਅਰੈਂਸ ਦੇ ਉੱਤੇ ਇਫੈਕਟ ਪਊਗਾ, ਕਿਉਂਕਿ ਉਹਦੇ ਵਿੱਚ ਜੇ ਤੁਸੀਂ ਇੰਡਿਕਟੇਬਲ ਆਫੈਂਸ ਦੇ ਅੰਡਰ ਚਾਰਜਡ ਹੋਏ ਆ ਦੈਨ ਤੁਹਾਨੂੰ ਉਹਦੇ ਵਿੱਚ ਜਿਹੜੀ ਕਨਵਿਕਸ਼ਨ ਹੁੰਦੀ ਆ ਡਿਪੈਂਡਿੰਗ ਔਨ ਕਿ ਜਿਹੜੀ ਆਫੈਂਸ ਦੀ ਸਮਰੀ ਕੀ ਆ, ਚਾਰਜਿਸ ਕੀ ਨੇ, ਉਹਦੀ ਸਿਵਿਰਿਟੀ ਦੇ ਅਕੋਰਡਿੰਗ ਡਿਪੈਂਡ ਕਰੂਗਾ ਕਿ ਕਿੰਨਾ ਇਫੈਕਟ ਤੁਹਾਡੀ ਇਮੀਗ੍ਰੇਸ਼ਨ ਐਪਲੀਕੇਸ਼ਨ ਤੇ ਪਊਗਾ। ਬਟ ਜੇ ਆਪਾਂ ਇਹਨੂੰ ਸਮਰਾਈਜ਼ ਕਰਕੇ ਦਸੀਏ ਦੈਨ ਜੇਕਰ ਤੁਸੀਂ ਕਿਸੇ ਵੀ ਕ੍ਰਿਮੀਨਲ ਚਾਰਜ ਦੇ ਅੰਡਰ ਤੁਹਾਡੇ 'ਤੇ ਕੇਸ ਹੁੰਦਾ ਆ, ਜਾਂ ਡਰਾਈਵਿੰਗ ਅੰਡਰ ਇਨਫਲੂਐਂਸ ਡਰਿੰਕ ਐਂਡ ਡਰਾਈਵ ਦੇ ਵਿੱਚ ਹੁੰਦਾ ਆ, ਇਹ ਸਾਰੇ ਚਾਰਜਿਸ ਤੁਹਾਡੀ PR ਦੇ ਉੱਤੇ ਇਫੈਕਟ ਕਰੂਗੇ। ਬਟ ਔਨ ਦੀ ਅਦਰ ਸਾਈਡ ਜੇ ਆਪਾਂ ਦੇਖੀਏ ਬਈ ਕੋਈ ਡਿਸਪਿਊਟ ਹੋਇਆ ਸੀਗਾ ਜਾਂ ਕੋਈ ਰੋਬਰੀ, ਥੈਫਟ, ਉਹ ਜਿਹੜੇ ਛੋਟੇ ਕਲੇਮਸ ਹੁੰਦੇ ਆ ਉਹਨਾਂ ਦਾ ਇਫੈਕਟ ਨਹੀਂ ਪੈਂਦਾ ਹੈਗਾ, ਬਟ ਜਿਹੜੇ ਕ੍ਰਿਮੀਨਲ ਕੋਡ ਆਫ ਕੈਨੇਡਾ ਦੇ ਅੰਡਰ ਚਾਰਜ ਹੋ ਗਏ ਆ ਉਹ ਡੈਫੀਨੇਟਲੀ ਇਫੈਕਟ ਕਰੂਗੇ। ਓਕੇ, ਸੋ ਇੱਕ ਵੀਰ ਦਾ ਸਵਾਲ ਆਇਆ ਆਪਾਂ ਨੂੰ, ਹਰਪ੍ਰੀਤ ਬਾਈ ਦਾ, ਕਹਿੰਦਾ ਵੀ ਜਿੱਦਾਂ ਕੋਈ ਅਨਅਫੀਸ਼ੀਅਲ ਡ੍ਰੌਪ ਲੈਂਦੇ ਆਪਾਂ ਸੈਨ ਤੇ ਕੰਮ ਕਰ ਸਕਦੇ ਹਾਂ ਉਸ ਟਾਈਮ ਤੇ? ਸੋ ਅਨਅਫੀਸ਼ੀਅਲ ਡ੍ਰੌਪ ਉਹ ਹੁੰਦਾ ਜਿਹੜਾ ਕਿ ਕਾਲਜ ਨੇ ਤੁਹਾਨੂੰ ਆਥੋਰਾਈਜ਼ ਨਹੀਂ ਦਿੱਤਾ ਸੀਗਾ, ਲਾਈਕ ਤੁਸੀਂ ਯੂ ਆਰ ਸਪੋਜ਼ ਟੂ ਸਟੱਡੀ ਬਟ ਤੁਸੀਂ ਕਿਹਾ ਕਿ ਮੈਂ ਸਟੱਡੀ ਨਹੀਂ ਕਰਨੀ ਹੈਗੀ ਤੇ ਡ੍ਰੌਪ ਕਰ ਦਿੱਤਾ। ਸੋ ਬਾਏ ਦਾ ਇਮੀਗ੍ਰੇਸ਼ਨ ਰੈਗੂਲੇਸ਼ਨਸ ਤੁਸੀਂ ਕੰਮ ਨਹੀਂ ਕਰ ਸਕਦੇ ਉਸ ਪੀਰੀਅਡ, ਕਿਉਂਕਿ ਤੁਸੀਂ ਐਨਰੋਲਡ ਹੀ ਨਹੀਂ ਹੈਗੇ ਕਾਲਜ ਦੇ ਵਿੱਚ, ਹੈ ਨਾ। ਓਕੇ, ਅਨਅਫੀਸ਼ੀਅਲ ਤੇ ਨਹੀਂ ਕਰ ਸਕਦੇ। ਸੋ ਬਿਲਕੁਲ ਜੀ, ਸੋ ਵੀਰ ਦਾ ਸਵਾਲ ਸੀ ਇਹ। ਹਾਂਜੀ, ਸੋ ਇਦਾਂ ਦੇ ਹੋਰ ਵੀ ਤੁਸੀਂ ਸਵਾਲ ਪੁੱਛੋਗੇ ਤਾਂ ਅਸੀਂ ਆਨਸਰ ਨੈਕਸਟ ਵੀਡੀਓ 'ਚ ਕਰਾਂਗੇ। ਫਿਲਹਾਲ ਆਪਾਂ ਇੱਕ ਦੋ ਸਵਾਲ ਹੋਰ ਪੁੱਛਦੇ ਹਾਂ ਬਾਈ ਤੋਂ। ਸੋ ਆਪਣੇ ਕੋਲ ਸਵਾਲ ਆਪਾਂ ਪਾਏ ਸੀਗੇ, ਇਹਨਾਂ ਵਿੱਚੋਂ ਆਪਾਂ ਨੂੰ ਵੱਖ-ਵੱਖ ਜਿੱਦਾਂ ਆਪਾਂ ਪਾਈ ਸੀ, ਸੋ ਇਹਨਾਂ ਵਿੱਚੋਂ ਸੇਮ ਜ਼ਿਆਦਾਤਰ ਤਾਂ ਹੀ ਪੁੱਛਦੇ ਨੇ। ਇੱਕ ਬਾਈ ਨੇ ਪੁੱਛਿਆ ਵੀ ਅਲਬਰਟਾ ਦਾ PR ਪ੍ਰੋਸੈਸ ਕੀ ਆ? ਅਲਬਰਟਾ ਦਾ PR ਪ੍ਰੋਸੈਸ ਦੇਖੋ, PNP ਜਿਹੜੀ ਅਲਬਰਟਾ ਦੇ ਵਿੱਚ ਆ 4 PNPs ਚੱਲਦੀਆਂ ਪਈਆਂ, ਉਹਦੇ ਵਿੱਚ ਇੱਕ ਹੈਗੀ ਅਲਬਰਟਾ ਓਪਰਚੁਨਿਟੀ ਸਟਰੀਮ, ਇੱਕ ਹੈਗੀ ਅਲਬਰਟਾ ਐਕਸਪ੍ਰੈਸ ਐਂਟਰੀ, ਫਿਰ ਅਲਬਰਟਾ ਰੂਰਲ ਰਿਨਿਊਅਲ ਸਟਰੀਮ ਆ, ਤੇ ਜਿਹੜੀ 4th ਆ ਉਹ ਹੈਗੀ ਅਲਬਰਟਾ ਟੈਕ ਪਾਥਵੇ ਪ੍ਰੋਗਰਾਮ। ਸੋ ਜਿਹੜਾ ਤਾਂ ਹੁਣ ਓਪਰਚੁਨਿਟੀ ਸਟਰੀਮ ਆ ਉਹ ਹੈਗੀ ਨੋਨ ਐਕਸਪ੍ਰੈਸ ਐਂਟਰੀ, ਉਹਦੇ ਵਿੱਚ ਤੁਹਾਡੀ ਜਿਹੜੀ ਆ PNP ਦੀ ਐਪਲੀਕੇਸ਼ਨ ਲੱਗਣੀ ਹੈ ਉਹਦੇ ਲਈ ਹੀ ਆ ਜਿਹੜੇ ਉੱਥੋਂ ਗ੍ਰੈਜੂਏਟ ਹੋਏ ਅਲਬਰਟਾ ਦੇ ਵਿੱਚੋਂ, ਜਾਂ ਜਿਹੜੇ LMIA ਹੋਲਡਰਸ ਆ, ਵਰਕ ਪਰਮਿਟ ਹੋਲਡਰਸ ਆ। ਜੇ ਤੁਸੀਂ ਇੱਥੋਂ ਓਨਟਾਰੀਓ 'ਚੋਂ ਗ੍ਰੈਜੂਏਟ ਹੋਏ ਤੁਸੀਂ ਉੱਥੇ PNP ਨਹੀਂ ਲਗਾ ਸਕਦੇ, ਬਟ ਜਿਹੜੀ ਐਕਸਪ੍ਰੈਸ ਐਂਟਰੀ ਵਾਲੀ PNP ਉਹਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਆ, ਸੇਮ ਵਿਦ ਦੀ ਅਦਰ 2 PNP ਐਪਲੀਕੇਸ਼ਨਸ। ਸੋ ਉਹ ਜਿਹੜੀਆਂ ਐਪਲੀਕੇਸ਼ਨਸ ਆ ਉਹ ਹੈਵੀਲੀ ਡਿਪੈਂਡ ਕਰਦੀਆਂ ਕਿ ਤੁਹਾਡੀਆਂ ਟਾਈਜ਼ ਕਿੰਨੀਆਂ ਆ ਅਲਬਰਟਾ ਦੇ ਨਾਲ, ਤੁਹਾਡੇ ਕੋਲ ਜੋਬ ਆਫਰ ਹੈਗਾ ਆ, ਤੁਹਾਡੀ ਉੱਥੇ ਕੋਈ ਫੈਮਿਲੀ ਰਿਲੇਸ਼ਨਸ ਹੈਗੇ ਆ, ਤੇ ਤੁਸੀਂ ਉੱਥੋਂ ਸਟੱਡੀ ਕੀਤੀ ਆ, ਜਾਂ ਤੁਸੀਂ ਉੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਆ, ਉਹਦੇ ਬੇਸਿਸ ਤੇ ਤੁਹਾਨੂੰ ਜਿਹੜੀ ਅਲਬਰਟਾ ਆਪਣੇ PNP ਦੇ ਡਰਾਸ ਕੰਡਕਟ ਕਰਦੀ ਆ, ਤੇ ਫਿਰ ਇਨਵੀਟੇਸ਼ਨ ਸਾਨੂੰ ਆਉਂਦੀਆਂ ਆ। ਸੋ ਬੈਸਟ ਅਲਬਰਟਾ ਦੇ ਵਿੱਚ PNP ਲੈਣ ਦੇ ਲਈ ਉਹੀ ਐਪਲੀਕੈਂਟਸ ਦੇ ਲਈ ਬੈਸਟ ਆ ਜਿਹੜੇ ਉੱਥੋਂ ਸਟੱਡੀ ਕੀਤੀ ਹੋਈ ਆ ਤੇ ਜਾਂ ਉਹਨਾਂ ਦੇ ਫੈਮਿਲੀ ਟਾਈਜ਼ ਆ। ਓਕੇ, ਸੋ ਇੱਥੇ ਇੱਕ ਨੇ ਸਵਾਲ ਆਪਾਂ ਨੂੰ ਹੋਰ ਪੁੱਛਿਆ ਕਿ ਸ਼ਾਇਦ ਇਹ ਮੇਰੇ ਕੋਲ ਸੇਮ ਪਹਿਲਾਂ ਵਾਲੀ ਨਾ, ਸਟੱਡੀ ਅਪਲਾਈਡ ਸਟੇਟਸ ਤੇ ਸੈਨ ਤੇ ਕੰਮ ਕਰ ਸਕਦੇ ਆ ਇਵਨ ਡ੍ਰੌਪ 'ਚ, ਬਟ ਸਟੱਡੀ ਸਟਾਰਟ ਇਨ 2 ਐਂਡ 1 ਸੈਕਿੰਡ ਆਪਾਂ ਦੇਖ ਲਈਏ 2 ਐਂਡ ਸੈਕਿੰਡ ਆਰ ਆਈ ਡੋਂਟ ਨੋ। ਸੋ ਮੇਰੇ ਖਿਆਲ 'ਚ ਕੋਈ ਸਵਾਲ ਕਲੀਅਰ ਨਹੀਂ ਹੈਗਾ। ਇੱਕ ਬਾਈ ਜੀ ਨਾ ਮੇਰੇ ਕੋਲੇ ਬਹੁਤ ਟਾਈਮ ਪਹਿਲਾਂ ਆਪਾਂ ਸਵਾਲ, ਇੱਕ ਕੇਅਰ ਗਿਵਰ ਦਾ ਤੁਹਾਨੂੰ ਪਤਾ, ਕੇਅਰ ਗਿਵਰ ਦੇ ਬੜਾ ਚੱਕਰ ਪਿਆ ਉਹਨਾਂ ਦਾ।
ਇਹਨਾਂ ਨੂੰ ਕਈਆਂ ਨੂੰ 6 ਸਾਲ ਹੋ ਗਏ ਪਿੰਡ ਗਏ ਨੂੰ, PR ਦਾ ਕੋਈ ਰਿਸਪੌਂਸ ਨਹੀਂ ਆ ਰਿਹਾ। ਇੱਥੇ ਹੈਗੇ ਨੇ ਜਿਹੜੇ ਆਲਰੇਡੀ, ਕੋਈ ਉਹਨਾਂ ਦਾ ਲੱਗਦਾ ਕੋਈ ਆਉਣ ਦਾ? ਕੇਅਰ ਗਿਵਰ ਪ੍ਰੋਗਰਾਮ ਜਿਹੜਾ ਇੱਕ ਪਾਇਲਟ ਪ੍ਰੋਗਰਾਮ ਨਿਕਲਿਆ ਸੀਗਾ 2019 ਦੇ ਵਿੱਚ, ਜਿਹਦੇ ਵਿੱਚ ਕੀ ਸੀਗਾ ਕਿ ਤੁਹਾਡੀ ਡਾਇਰੈਕਟ PR ਦੀ ਫਾਈਲ ਲੱਗਦੀ ਆ। ਹੁਣ ਉਹਦੇ ਵਿੱਚ 2 ਸਟੈਪਸ ਦੇ ਵਿੱਚ ਪੂਰੀ ਐਪਲੀਕੇਸ਼ਨ ਜਾਣੀ ਸੀ। ਪਹਿਲਾਂ ਤੁਹਾਨੂੰ ਵਰਕ ਪਰਮਿਟ ਮਿਲਣਾ ਹੈ, ਵਰਕ ਪਰਮਿਟ ਤੋਂ ਬਾਅਦ ਤੁਸੀਂ 2 ਸਾਲ ਕੰਮ ਕਰਦੇ ਸੀਗੇ, ਫਿਰ PR ਆਉਂਦੀ ਸੀਗੀ। ਹੁਣ ਉਹਦੇ ਵਿੱਚ ਕਾਫੀ ਹਜੇ ਵੀ ਐਪਲੀਕੈਂਟਸ ਨੇ ਜਿਨ੍ਹਾਂ ਨੇ 2020 ਦੇ ਵਿੱਚ ਫਾਈਲਾਂ ਲਾਈਆਂ ਹੋਈਆਂ, ਹਜੇ ਤੱਕ ਉਹਨਾਂ ਨੂੰ ਸਿਰਫ ਐਪਲੀਕੇਸ਼ਨ ਨੰਬਰ ਹੀ ਆਇਆ, ਵਰਕ ਪਰਮਿਟ ਨਹੀਂ ਆਇਆ। ਇਵਨ ਕਿ ਟੈਲੀਗ੍ਰਾਮ ਤੇ ਵੀ 10-12 ਹਜ਼ਾਰ ਬੰਦਾ ਮੈਂ ਗਰੁੱਪ 'ਚ ਐਡ ਹੋਇਆ ਸੀ, ਇੰਡੀਆ ਵੀ ਬੈਠੇ ਨੇ ਤੇ ਇੱਥੇ ਵੀ ਬੈਠੇ ਨੇ। ਸੋ ਉਹਨਾਂ ਦਾ ਕੁਛ ਲੱਗਦਾ ਉਹਨਾਂ ਦਾ ਹੁਣ, ਬਟ ਉਹੀ ਜੇ ਆਪਾਂ ਸੇਮ ਪ੍ਰੋਗਰਾਮ ਦੇ ਵਿੱਚ ਦੇਖੀਏ, ਕਾਫੀ ਇੱਦਾਂ ਦੇ ਐਪਲੀਕੈਂਟਸ ਵੀ ਨੇ ਜਿਨ੍ਹਾਂ ਦੇ ਆਲਰੇਡੀ ਵਰਕ ਪਰਮਿਟਸ ਆ ਗਏ ਨੇ ਸੇਮ ਪ੍ਰੋਗਰਾਮ ਦੇ ਵਿੱਚੋਂ। ਸੋ ਜਿਹੜਾ ਇਹ ਪ੍ਰੋਗਰਾਮ ਆ ਇਹ ਚੱਲਦਾ ਪਿਆ ਆ, ਬਟ ਉਨਾ ਇਫੈਕਟਿਵਲੀ ਨਹੀਂ ਹੈਗਾ ਜਿੰਨਾ ਸੋਚਿਆ ਸੀਗਾ। ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਕਿ ਵਿੱਚ ਕੋਵਿਡ ਹਿੱਟ ਹੋ ਗਿਆ 2020 ਤੇ 21 ਦੇ ਵਿੱਚ, ਹੈ ਨਾ। ਸੋ ਇਹ ਪ੍ਰੋਗਰਾਮ ਉਦੋਂ ਹੀ ਸਟਾਰਟ ਹੋਇਆ ਸੀਗਾ ਤੇ ਇੰਨਾ ਇਮੀਗ੍ਰੇਸ਼ਨ ਮਿਨਿਸਟਰ ਨੇ ਇਸ ਪ੍ਰੋਗਰਾਮ ਨੂੰ ਇੰਨਾ ਜ਼ਿਆਦਾ ਐਮਫਸਾਈਜ਼ ਨਹੀਂ ਕੀਤਾ ਹੈਗਾ। ਬਟ ਇੱਕ ਚੀਜ਼ ਇਹਦੇ ਵਿੱਚ ਉਹਨਾਂ ਨੇ ਐਡ ਆਨ ਕੀਤੀ ਹੈ ਰੀਸੈਂਟਲੀ, ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਜਿਹੜੀ ਪਹਿਲਾਂ ਰਿਕੁਆਇਰਮੈਂਟ 2 ਸਾਲ ਦੀ ਸੀਗੀ ਉਹ ਘਟਾ ਕੇ ਹੁਣ 1 ਸਾਲ ਦੀ ਹੋ ਗਈ ਹੈ PR ਦੇ ਲਈ। ਸੋ ਜੋ ਤੁਹਾਡਾ ਵਰਕ ਪਰਮਿਟ ਆ ਜਾਂਦਾ, ਤੁਸੀਂ ਸਿਰਫ 1 ਸਾਲ ਕੰਮ ਕਰਨਾ ਤੇ ਤੁਹਾਡੀ PR 6 ਮਹੀਨੇ ਦੇ ਵਿੱਚ ਆ ਜਾਊਗੀ। ਠੀਕ ਹੈ ਜੀ। ਸੋ ਅੱਜ ਦੇ ਸਵਾਲ ਆਪਣੇ ਲਈ ਫਿਲਹਾਲ ਲਈ ਖਤਮ ਹੁੰਦੇ ਨੇ। ਇਹਨਾਂ ਫਿਊਚਰ ਜਿਹੜੀਆਂ ਵੀਡੀਓ ਆਉਣਗੀਆਂ ਉਹਨਾਂ ਵਿੱਚ ਤੁਹਾਡੇ ਸਵਾਲ ਆਪਾਂ ਲਵਾਂਗੇ, ਤੁਹਾਡਾ ਨਾਮ ਬੋਲ ਕੇ ਆਪਾਂ ਜਿਹੜੇ ਵੀ ਤੁਹਾਡੇ ਸਵਾਲ ਹੋਏ ਇਮੀਗ੍ਰੇਸ਼ਨ ਦੇ ਲੈ ਕੇ ਆਪਾਂ ਜ਼ਰੂਰ ਕਰਾਂਗੇ। ਜੇਕਰ ਤੁਸੀਂ ਬਰੈਂਪਟਨ ਦੇ ਆਸੇ-ਪਾਸੇ ਜਾਂ ਕਿਤੇ ਵੀ ਤੁਸੀਂ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ, ਤੁਸੀਂ ਮਤਲਬ ਕਿ 1 to 1 ਤੁਸੀਂ ਮਿਲ ਕੇ ਗੱਲਬਾਤ ਕਰਕੇ, ਤੁਸੀਂ ਸੀ ਲਿੰਕ ਇਮੀਗ੍ਰੇਸ਼ਨ ਕਰਕੇ ਥੱਲੇ ਨੰਬਰ ਚੱਲ ਰਿਹਾ ਹੋਊ, ਐਡਰੈਸ ਚੱਲ ਰਿਹਾ ਹੋਊਗਾ, ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਸਪਾਊਸ ਵਰਕ ਪਰਮਿਟ ਲਵਾਉਣਾ ਜਾਂ ਤੁਸੀਂ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ ਜਾਂ ਜੋ ਵੀ, ਸੋ ਤੁਹਾਡੇ ਲਈ ਬਾਈ ਇੱਥੇ ਤੁਹਾਨੂੰ ਜ਼ਰੂਰ ਜੋੜਾ ਹੋਊ, ਬੈਸਟ ਆਪਸ਼ਨ ਤੁਹਾਨੂੰ ਦੱਸ ਦੇਣਗੇ। ਜ਼ਿਆਦਾਤਰ ਤਾਂ ਬਾਈ ਸਵਾਲ ਇਹੀ ਆਉਂਦੇ ਨੇ ਵੀ +2 ਵਾਲਿਆਂ ਲਈ ਵਿਨੀਪੈਗ ਸਹੀ ਆ ਜਾਂ ਇੱਦਾਂ 1 ਈਅਰ ਤੋਂ, ਮੇਨ ਤਾਂ ਹੀ ਹੈ ਪ੍ਰੋਬਲਮ PR ਦੀ। ਹਾਂਜੀ, ਕਿਉਂਕਿ ਮੇਨ ਆਪਣੇ ਐਪਲੀਕੈਂਟ ਜਿਹੜੇ ਹੁੰਦੇ ਆ ਉਹ ਆਫਟਰ +2 ਤੋਂ ਬਾਅਦ ਆਏ ਹੁੰਦੇ ਆ। ਹਾਂਜੀ, ਹੁਣ ਉਹਨਾਂ ਦੇ ਪ੍ਰੋਫਾਈਲਸ ਜ਼ਿਆਦਾ ਸਟਰੋਂਗ ਨਹੀਂ ਹੁੰਦੀਆਂ, ਸਿਰਫ 2 ਸਾਲ ਦੀ ਸਟੱਡੀ ਹੁੰਦੀ ਆ। ਸੋ ਮੋਸਟ ਆਫ ਦੀ ਪ੍ਰੋਵਿੰਸਿਸ ਜਿੱਥੇ ਵੀ ਸਕੋਰਸ ਆਉਂਦੇ ਆ ਉੱਥੇ ਉਹਨਾਂ ਦੇ ਸਕੋਰ ਘਟ ਜਾਂਦੇ ਨੇ। ਇਵਨ ਵਿਨੀਪੈਗ ਦੇ ਵਿੱਚ ਉਹਨਾਂ ਨੂੰ ਨੈਗੇਟਿਵ ਮਾਰਕਿੰਗ ਵੀ ਮਿਲਦੀ ਆ। ਓਕੇ, ਜਿਸ ਤੁਸੀਂ ਕੈਨੇਡਾ ਦੀ ਕਿਸੇ ਹੋਰ ਪ੍ਰੋਵਿੰਸ ਵਿੱਚ ਕਾਲਜ ਦੀ ਸਟੱਡੀ ਕੀਤੀ ਹੋਈ ਹੈ, 100 ਮਾਰਕਸ ਤੁਹਾਡੇ ਉੱਥੇ ਘਟ ਜਾਂਦੇ ਆ। ਓਕੇ, ਫਿਰ ਜੇ ਤੁਸੀਂ ਉੱਥੇ ਕਿਤੇ ਕੰਮ 1 ਦਿਨ ਵੀ ਕੰਮ ਕਰ ਲਿਆ ਕਿਤੇ ਹੋਰ ਪ੍ਰੋਵਿੰਸ ਵਿੱਚ, ਤੁਹਾਨੂੰ 100 ਪੁਆਇੰਟ ਉੱਥੇ ਲੂਜ਼ ਹੋ ਜਾਂਦੇ ਆ। ਓਕੇ। ਸੋ ਬਹੁਤ ਇੱਦਾਂ ਦੇ ਹੈਗੇ ਨੇ ਲੂਪ ਹੋਲ। ਸੋ ਆਪਾਂ ਇਨ ਫਿਊਚਰ ਆਪਾਂ ਹੋਰ ਵੀਡੀਓ ਬਣਾਵਾਂਗੇ। ਵੀਰ ਅਮਰਿੰਦਰ ਦਾ ਬਹੁਤ ਧੰਨਵਾਦ। ਸੋ ਮਿਲਦੇ ਹਾਂ ਬਾਈ ਜੀ ਆਪਾਂ ਹੋਰ ਵੀਡੀਓ ਦੇ ਨਾਲ। ਧੰਨਵਾਦ ਬਾਈ। ਧੰਨਵਾਦ।